ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਨਿਤਾ ਪ੍ਰਤੀ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਪਾਵਨ ਸਥਾਨ ਤੋਂ ਸਰਵਣ ਕਰਦੀਆਂ ਹੋ। ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਪਾਵਨ ਬਾਣੀ, ਆਪਣੇ ਪਾਵਨ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦੇ ਹਾਂ। ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਕੀਨੀ ਦਇਆ ਗੋਪਾਲ ਗੋਸਾਈ। ਗੁਰ ਕੇ ਚਰਨ ਵਸੇ ਮਨ ਮਾਹੀ। ਅੰਗੀਕਾਰ ਕੀਆ ਤਿਨ ਕਰਤੈ। ਦੁਖ ਕਾ ਡੇਰਾ ਟਾਹਿਆ ਜਿਉ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਧੰਨ ਗੁਰੂ ਅਰਜਨ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਮਾਝ ਰਾਗ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੇ ਪਾਵਨ ਅੰਗ 107 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਸ਼ਬਦਾਂ ਦੇ ਰਾਹੀਂ, ਪਾਵਨ ਬਚਨਾਂ ਦੇ ਰਾਹੀਂ ਜੋ ਸਤਿਗੁਰੂ ਜੀ ਦਇਆ, ਜੋ ਉਪਕਾਰ ਸਾਡੇ ਉੱਤੇ ਕਰ ਰਹੇ ਨੇ, ਇਹਨਾਂ ਦੇ ਵਿੱਚ ਸਤਿਗੁਰੂ ਜੀ ਸਭ ਤੋਂ ਪਹਿਲਾਂ ਅਕਾਲ ਪੁਰਖ ਜੀ ਕੀ ਕਿਰਪਾ ਦੀ ਬਾਤ ਕਰ ਰਹੇ, ਉਸ ਦੀ ਦਇਆਲਤਾ ਦਾ ਜ਼ਿਕਰ ਕਰ ਰਹੇ ਨੇ, ਜਿਹਨੂੰ ਆਪਾਂ ਇਉਂ ਕਹਿ ਲਈਏ ਵੀ ਸਤਿਗੁਰੂ ਜੀ ਦਰਸਾ ਰਹੇ ਨੇ ਕਿ ਜਦੋਂ ਅਕਾਲ ਪੁਰਖ ਪਰਮੇਸ਼ਵਰ ਦਇਆ ਕਰਦੇ ਨੇ, ਉਹ ਕਿਰਪਾ ਵਰਤਾਉਂਦੇ ਨੇ, ਤੇ ਉਹਨਾਂ ਦੀ ਕਿਰਪਾ ਦੇ ਸਦਕਾ, ਉਹਨਾਂ ਦੀ ਮਿਹਰ ਦੇ ਸਦਕਾ ਇਨਸਾਨ ਕਿਹੜੀਆਂ ਬਖਸ਼ਿਸ਼ਾਂ, ਰਹਿਮਤਾਂ ਨੇ ਜੋ ਹਾਸਲ ਕਰਦਾ। ਸਤਿਗੁਰੂ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ। ਸਭ ਤੋਂ ਪਹਿਲਾਂ ਕਹਿੰਦੇ ਕੀਨੀ ਦਇਆ ਗੋਪਾਲ ਗੁਸਾਈ। ਉਹ ਪਰਮੇਸ਼ਵਰ ਜੀ ਦਇਆਲੂ ਹੋਏ ਤੇ ਉਹਨਾਂ ਦਇਆ ਕੀਤੀ। ਧਰਤੀ ਦੇ ਪਾਲਣ ਵਾਲੇ ਨੇ, ਧਰਤੀ ਦੇ ਮਾਲਕ ਨੇ,
ਸਾਡੇ ਉੱਤੇ ਰਹਿਮਤ ਵਰਤਾਈ। ਗੁਰ ਕੇ ਚਰਨ ਵਸੇ ਮਨ ਮਾਹੀ, ਗੁਰੂ ਕੇ ਜਿਹੜੇ ਚਰਨ ਨੇ ਕਹਿੰਦੇ ਉਹ ਮੇਰੇ ਮਨ ਵਿੱਚ ਵਸ ਗਏ। ਗੁਰੂ ਕੇ ਚਰਨ ਮਨ ਵਿੱਚ ਵਸ ਜਾਣ ਤੋਂ ਭਾਵ ਗੁਰੂ ਕੀ ਯਾਦ ਹਿਰਦੇ ਵਿੱਚ ਟਿਕ ਜਾਣਾ। ਗੁਰੂ ਕੀ ਯਾਦ ਹਿਰਦੇ ਵਿੱਚ ਟਿਕ ਜਾਣ ਤੋਂ ਭਾਵ ਗੁਰੂ का उपदेश जीवन अंदर धारण कर लेना, गुरु का ज्ञान धारण कर लेना। परमेश्वर ने कहते दया कीती ते मेरे मन विच गुरु का ज्ञान आ वसिया। गुरु ने उपदेश दिता, वो उपदेश जीवन अंदर धारण किया। फिर अंगीकार किया तिन करते, वो करते ने फिर साडा मेरा अंगीकार किया, मतलब उन्हें अपने नाल जोड़िया, अपने लड़ नाल ला लिया। ते जिस वक्त उन्हें अपने लड़ नाल लाया ना, कहते दुख का डेरा ढाहिया जियो, बस उसे दिन तो उन्हें दुखों का डेरा ढा दिता। हुण अखरी अर्थ ते इस पावन शब्द दे इहो बनदे भी रब जी ने दया की, उस दी दया सदका गुरु का उपदेश हिरदे विच वसिया। गुरु दे उपदेश सदका परमेश्वर सदैव अंगीकार करन वाला बन गया, मतलब हमेशा लई रखवाला बन गया। और उन्हें रखवाली करदियां होयां, अंगीकार साडा करदियां होयां ते साडे जीवन दे विचों दुखां दा बणिया जिहड़ा डेरा सी, दुखां दा बणिया जिहड़ा घर सी, उन्हें ढा दिता है। जिन्हों आपां सतगुरु जी के पावन बोलों में पढ़ते हैं, परमेश्वर दिता बन्ना दुख रोग का डेरा पन्ना, आनंद करे नर नारी हर हर प्रभ कृपा धारी, संतो सुख होआ सब थाई, पार ब्रह्म पूर्ण परमेश्वर रव रहिया सब नहीं जाई। तुर की बाणी आई तिन सगली चिंत मिटाई, दयाल पुरख मेहरवाना हर नानक साच वखाना। ਇਹ ਹੈ ਜਦੋਂ ਅਕਾਲ ਪੁਰਖ ਪਰਮੇਸ਼ਵਰ ਜੀ ਅੰਗੀਕਾਰ ਕਰਦੇ ਨੇ। ਇੱਕ ਭਗਤ ਕਬੀਰ ਸਾਹਿਬ ਜੀ ਦਾ ਸ਼ਲੋਕ ਹੈ, ਜਿੱਥੇ ਉਹ ਜ਼ਿਕਰ ਕਰਦਿਆਂ ਹੋਇਆਂ ਆਖਦੇ ਨੇ, ਕਹਿੰਦੇ ਕਬੀਰ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ, ਇਤ ਉਤ ਕਤਹਿ ਨ ਡੋਲਈ ਜਿਸ ਰਾਖੈ ਸਿਰਜਣਹਾਰ। ਉਹ ਪਰਮੇਸ਼ਵਰ ਬੜਾ ਦਇਆਲੂ ਹੈ, ਬੜਾ ਕਿਰਪਾਲੂ ਹੈ। ਉਹ ਦਇਆਲਤਾ ਵਰਤਾਉਂਦਾ ਹੋਇਆ, ਦਇਆ ਕਰਦਾ ਹੋਇਆ ਸਾਡੇ ਜੀਵਾਂ ਦੀ ਰਖਵਾਲੀ ਵੀ ਕਰਦਾ ਹੈ। और रखवाली करदियां होया राखा बन के साडे जीवन अंदरले दुखां और तकलीफां तो भी साडा छुटकारा कराउंदा है। वो केवल साडी प्रतिपालना नहीं करदा, प्रतिपालना दे नाल नाल साडी रखवाली भी करदा है। साडी रखवाली करदा होया जिहड़ा जीव उहदे चरनां दा आसरा लै लैंदा है, उहनूं अपने जीवन दा आधार, अपने जीवन दा आसरा बना लैंदा है। उस दे जीवन विचों अकाल पुरख परमेश्वर दुखां दे डेरे नूं ढा दिंदे ने, जां इउं कह लो जिहड़े पावन बचन गुरु तेग बहादुर साहब वरतदे, जो सुख को चाहे सदा शरण राम की ले, कहो नानक हर भज मना दुर्लभ मानुख दे। ये मनुखा देही बड़ी कीमती है, ते सतगुरु कहंदे इस देही अंदर रहिंदिआं जे तू सदैव सुख लोचदा है, चाहुंदा है कि सदैव सुख बनिया रवे, तो साहिब कहंदे फिर अकाल पुरख जी की शरण नूं लै, मतलब उहदे दर उत्ते आ जा, उहदे दर उत्ते निभ जा। जिस दिन उहदे अगे आके निभ जाएगा, उस दिन जीवन सुख भरपूर, जीवन सुखां नाल भर जाएगा। इस तरीके अज गुरु अर्जन देव साहिब जी जिक्र करदे हैं, समझाउंदे कि जदों वो परमेश्वर जी दयालु है, कृपालू है, तो उन्हें जो किरपा के घर विच आउणा है, तो सतगुरु जी जिक्र करदे आखदे भी उन्हें आप किरपा करदे गुरु जी की याद, गुरु जी का उपदेश साडे हिरदे विच टका देना। जां इउं कह लो रब जी ने किरपा वरताई, उन्हें किरपा करके तो साडा मिलाप गुरु नाल करवाया। जदों गुरु नाल मिलाप होया तो गुरु दा नाल मेल केवल ये नहीं भी अहीं बाहरी तौर उत्ते गुरु दे अगे जाके ते अपना सिर नवाया, या गुरु अगे जाके नमस्कार कीती, नमस्कार करके ते असीं गुरु नाल मिलाप कीता। गुरु नाल मिलाप तो भाव कि गुरु साहिब जी दे बन के रह जाना, गुरु साहब जी दे हो के रह जाना। जदों अकाल पुरख परमेश्वर जी कृपा करते ने ते कहंदे उदों जीव गुरु वाला बन के रह जाता है, मतलब गुरु वाला बन जाता है, गुरु अगे आपा समर्पित कर दिंदा है। जदों गुरु वाला बन जाता है, फिर गुरु का क्या होया हर बचन
ਗੁਰੂ ਦਾ ਦਿੱਤਾ ਹੋਇਆ ਹਰ ਉਪਦੇਸ਼ ਜ਼ਿੰਦਗੀ ਦੇ ਅੰਦਰ ਇੱਕ ਆਸਰਾ, ਇੱਕ ਆਧਾਰ ਬਣ ਜਾਂਦਾ ਹੈ। ਜਦੋਂ ਗੁਰੂ का उपदेश जीवन का आधार बन जाए, गुरु की दिती सिक्ख्या जीवन का आधार बन जाए, तो कहते उस वक्त फिर परमेश्वर भी अंगीकार आके खड़ो जाता है, वो भी साडे संग आके खड़ो जाता है। तो जदों वो संगी बन के खड़ो जावे तो फिर साडी जिंदगी दे विचों दुख रूपी डेरा, दुखां रूपी काली रात, दुखां रूपी हनेरा ये साडे जीवन दे विचों चले जाता है, तो सुख रूपी सूरज जीवन विच चढ़ जाता है। सुखां रूपी चानण जिंदगी अंदर आ वसदा है। पर जदों असी अपने गुरु जी के उपदेश नूं धारण करते हाँ और अकाल पुरख परमेश्वर जी साडा अंगीकार करते हैं। मन तन वसिया सच्चा सोई, बिखड़ा थान ना दिसै कोई। दूत दुश्मन सब सज्जन होए, एको स्वामी आह्या जियो। फिर साहिब जी ने जिक्र किया, कहते मन तन वसिया सच्चा सोई। जदों मन और तन दे अंदर वो सच्चा वस जाता है, वो सच्चा तो भाव अकाल पुरख परमेश्वर रब जी जदों हिरदे विच वस जाते ने, फिर बिखड़ा थान ना दिसै कोई। बिखड़ा मतलब मुश्किल, औखा। कहते फिर कोई औखा थान ही नज़र आउंदा। फिर तो इउं ही नज़र आउंदा भी परमेश्वर कृपालू है, दयालू है, संगी है, तो वह औखे तो औखे मार्ग नूं भी साडे लई सुखाला बना देगा। मुश्किल तो मुश्किल राह भी उन्हें साडे लई सौखियां कर देने ने, आपे ही रहमत वरताउण। देखो ना, एक बाबा कबीर साहब का श्लोक आप जी दीयां रचनावां ते रहिंदा है, कबीर जेह मार्ग पंडित गए पाशा परी बहीर, एक औकट घाटी राम की तेह चढ़ रहे हो कबीर। हुण औकट घाटी मतलब औखा रस्ता, जेड़ा राह औखा सी कहंदे उत्थे कल्ले कबीर जी भाव मैं जा रहा, ते बाकी सारे लोग जेड़े ना वो जेड़े अपने आप नूं पंडित, अपने आप नूं ज्ञानवान अखवाउण वाले, उन्हां दे पिछे लोकां ने वहीरां घत्तियां होईयां। जां इउं कह लो भी लोक इजड़ रूप इकट्ठ बन के एक दे मगर लग के एक तुरिया जांदा है। पर समाज दी नुहार नूं समझण वाला ते समाज दी नुहार नूं बदलण वाला हमेशा राह तब्दील करके चलदा है, ते उन्हां दा राह फिर समाज नालों सदा वखरा होया करदा है। जदों वहीरां दी गल करांगे, इजड़ इकट्ठ दी गल करांगे, ते इकट्ठ नाल चल के तुरना बहुत सौखा है, इकट्ठ नाल तुरे जाना बड़ा आसान है। पर जदों इकल्लियां चलण दी वारी आउंदी है, उदों जिन्ना इकट्ठ नाल तुरना सौखा है, उन्ना ही इकल्लियां तुरना मुश्किल ते औखा बन जांदा। क्योंकि जदों इकल्लियां तुरांगे तो फिर सारियां मुश्किलां दा सामना भी करना पएगा। और ख्याल रखिए, इकल्लियां नूं तुरदियां वेख के जिहड़ा इकट्ठ है वो भी साडे लई मुश्किलां खड़ियां करन दे कारण बन जांदे ने। वो भी साडे लई एक मुश्किलां दा बहुत वड्डा साडी जिंदगी दी रुकावट बन जांदी है। क्योंकि उदों हर सज्जण, हर मनुख जिहड़ा है वो सानूं रोकण दी कोशिश ते यतन करदा है। धन गुरु अर्जन साहब कहंदे रब जी बड़े दयालु ने, उन्होंने कृपा की ते मेरे मन और तन अंदर गुरु उपदेश सदका परमेश्वर जी वस गए। क्योंकि पहलों की है, गुर के चरण वसै मन माही। जदों गुरु के चरण मन विच वसे, उन्हां दी कृपा दे सदका, उन्हां दी बख्शिश दे सदका अकाल पुरख परमेश्वर मेरे मन और तन अंदर वस गए। मन और तन दे अंदर अकाल पुरख जी का वसेबा होया, ते क्या बिखड़ा थान ना दिसै कोई। हुण जेड़ा आ कह लो मन रूपी गढ़, मन रूपी किला, जिन्हों जितना मुश्किल सी वो भी आसानी नाल जित्तिया गया। जेड़े मार्ग उत्ते चलना औखा सी वो भी आसानी नाल उस मार्ग उत्ते चलना शुरू हो गया। जां इउं कह लो जिन्हों कदे साहिब जी बाणी दे अंदर जिक्र करदे हैं, आखदे कत जाइए रे घर लागो रंग, मेरा चित न चलै मन भयो भंग। हुण वो जेड़ा मन निता प्रति दौड़िया फिरदा सी ना, जिन्हों काबू विच करना मुश्किल हो चुका सी, हुण उन्हों काबू विच करना आसान हो गया। क्योंकि मेरा चित ना चलै मन भयो भंग। मन जेड़ा वो पिंगला हो चुका है। जिन्हों कदे रोकना मुश्किल सी उन्हों आसानी नाल रोक लिया।
ਉਹ ਆਸਾਨੀ ਨਾਲ ਕਾਬੂ ਵਿੱਚ ਆ ਗਿਆ, ਸੁਖਾਲੇ ਢੰਗ ਨਾਲ ਸਾਡੇ ਅਧੀਨਤਾ ਉਹਨੇ ਕਬੂਲ ਕਰ ਲਈ। ਤੇ ਕਿਹਾ ਹੁਣ ਦੂਤ ਦੁਸ਼ਮਣ ਸਭ ਸੱਜਣ ਹੋਏ। ਜਿਹੜੇ ਦੂਤ ਸਨ ਦੁਸ਼ਮਣ ਸਨ। ਦੁਸ਼ਮਣ ਕੌਣ ਨੇ? ਬਾਹਰੀ ਤੌਰ ਉੱਤੇ ਨਾ ਤੇ ਵੈਰੀਆਂ ਦੀ ਗੱਲ ਹੈ ਤੇ ਨਾ ਹੀ ਦੁਸ਼ਮਣਾਂ ਦੀ। ਜੇ ਤੇ ਬਾਹਰੀ ਤੌਰ ਉੱਤੇ ਵੀ ਜ਼ਿਕਰ ਕਰਾਂਗੇ ਤੇ ਅੱਜ ਦੇ ਸਮੇਂ ਵਿੱਚ ਸੱਜਣ ਵੀ ਦੁਸ਼ਮਣ ਬਣਨ ਲੱਗਿਆਂ ਬਹੁਤਾ ਚਿਰ ਨਹੀਂ ਲਾਉਂਦੇ। ਬਾਹਰੀ ਤੌਰ ਉੱਤੇ ਵੀ ਬਹੁਤਾਤ ਅਸੀਂ ਵੇਖਾਂਗੇ ਆਖਰਕਾਰ ਦੁਸ਼ਮਣ ਜਿਹੜਾ ਹੈ ਉਹ ਤੇ ਨਜ਼ਰੀ ਆਉਂਦਾ ਵੀ ਪ੍ਰਤੱਖ ਤੌਰ ਤੇ ਸਾਡਾ ਦੁਸ਼ਮਣ ਹੈ। ਪਰ ਜਿਹੜਾ ਸੱਜਣਾ ਦੇ ਵਿੱਚ ਦੁਸ਼ਮਣ ਰੂਪ ਬਿਰਤੀ ਭੈੜੀ ਮੱਤ ਜਿਹੜੀ ਅੰਦਰ ਬੈਠੀ ਹੋਈ ਹੈ ਉਹਨੂੰ ਅਸੀਂ ਪਹਿਚਾਨਣ ਤੋਂ ਅਕਸਰ ਵਾਂਝੇ ਰਹਿ ਜਾਂਦੇ ਹਾਂ। ਜਿਸ ਕਰਕੇ ਇਸ ਗੱਲ ਤੋਂ ਸਮਝਣ ਤੋਂ ਵੀ ਸਖਣੇ ਹਾਂ ਕਿ ਸਾਡਾ ਅਸਲ ਵਿੱਚ ਦੁਸ਼ਮਣ ਹੀ ਉਹ ਬਣਦਾ ਜਿਹੜਾ ਸਾਡਾ ਸਭ ਤੋਂ ਨੇੜਲਾ ਸੱਜਣ ਹੋਵੇ। ਮੇਰੇ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਕਿ ਦੂਤ ਦੁਸ਼ਮਣ ਸਭ ਸੱਜਣ ਹੋਏ, ਕਿ ਹੁਣ ਨਾ ਤੇ ਕੋਈ ਦੂਤ ਰਿਹਾ ਨਾ ਕੋਈ ਦੁਸ਼ਮਣ ਰਿਹਾ, ਸਾਰੇ ਸੱਜਣ ਬਣ ਗਏ। ਕਿਉਂਕਿ ਇੱਕੋ ਸੁਆਮੀ ਆਖਿਆ ਜੀਓ, ਮੈਂ ਇੱਕ ਸੁਆਮੀ ਨੂੰ ਇੱਕ ਮਾਲਕ ਨੂੰ ਚਾਹਿਆ ਹੈ। ਤੇ ਜਿਸ ਦਿਨ ਦਾ ਉਸ ਮਾਲਕ ਦੇ ਨਾਲ ਆਪਣਾ ਪ੍ਰੇਮ ਬਣਾਇਆ, ਮਾਲਕ ਨੂੰ ਚਾਹਿਆ ਹੈ, ਉਸ ਦਿਨ ਤੋਂ ਵਿਕਾਰਾਂ ਰੂਪੀ ਦੂਤ ਵਿਕਾਰਾਂ ਰੂਪੀ ਦੁਸ਼ਮਣ ਜਿਹੜੇ ਨੇ ਇਹ ਵੀ ਮੇਰੀ ਜ਼ਿੰਦਗੀ ਦਾ ਆਧਾਰ, ਜ਼ਿੰਦਗੀ ਦਾ ਜਿਹੜਾ ਉਹ ਆਸਰਾ ਬਣ ਚੁੱਕੇ ਨੇ। ਜਾਂ ਇਉਂ ਕਹਿ ਲਓ ਵੀ ਇਹਨਾਂ ਨੇ ਹੁਣ ਦੁਸ਼ਮਣੀ ਛੱਡ ਦਿੱਤੀ ਹੈ, ਦੁਸ਼ਮਣੀ ਭਾਵ ਛੱਡ ਦਿੱਤਾ, ਈਰਖਾ ਛੱਡ ਦਿੱਤੀ ਹੈ। ਇਹਨਾਂ ਨਾਲ ਵੀ ਹੁਣ ਅਕਾਲ ਪੁਰਖ ਪਰਮੇਸ਼ਵਰ ਜੀ ਕੀ ਕਿਰਪਾ ਦੇ ਸਦਕਾ ਪ੍ਰੇਮ ਬਣ ਗਿਆ। ਜਿਹਨੂੰ ਕਦੇ ਸਾਹਿਬ ਬਾਣੀ 'ਚ ਜ਼ਿਕਰ ਕਰਦੇ ਆ ਆਖਦੇ ਦੂਤ ਜਿਹੜੇ ਨੇ ਨਾ, ਜੋ ਇਹ ਦੂਤ ਮੋਹੇ ਬਹੁਤ ਸੰਤਾਵਤ ਤੇ ਭਿਆਨਕ ਪਿਆ, ਕਰੈ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸ਼ਰਨ ਆਇਆ। ਦੇਖੋ ਅਚਰਜ ਭਇਆ, ਜਿਹੇ ਠਾਕੁਰ ਕੋ ਸੁਨਤ ਅਗਾਧ ਬੋਧ ਸੋ ਹਿਰਦੈ ਗੁਰਦਇਆ। ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਮਾਲਕ ਕਹਿੰਦੇ ਵੀ ਜਿਹੜੇ ਦੂਤ ਭਾਵ ਜਿਹੜੇ ਵੈਰੀ ਮੋਹੇ ਬਹੁਤ ਸੰਤਾਵਤ ਜਿਹੜੇ ਰੋਜ਼ ਸਤਾਉਂਦੇ ਸਨ ਤੇ ਭਿਆਨਕ ਭਇਆ, ਉਹ ਸਾਰੇ ਡਰਨ ਲੱਗ ਪਏ। ਔਰ ਉਹ ਡਰਦਿਆਂ ਹੋਇਆਂ ਹੱਥ ਜੋੜ ਕੇ ਖੜੇ ਨੇ, ਕਰੈ ਬੇਨਤੀ, ਉਹ ਬੇਨਤੀ ਕਰਦੇ ਨੇ ਤੇ ਬੇਨਤੀ ਕਰਦਿਆਂ ਹੋਇਆਂ ਆਖਦੇ ਨੇ ਕਰੈ ਬੇਨਤੀ ਰਾਖ ਠਾਕੁਰ ਤੇ ਸਾਨੂੰ ਆਪਣੇ ਮਾਲਕ ਤੋਂ ਬਚਾ ਲਾ, ਹਮ ਤੇਰੀ ਸ਼ਰਨ ਆਇਆ, ਅਸੀਂ ਤੇਰੀ ਸ਼ਰਨ ਵਿੱਚ ਹਾਂ। ਪਹਿਲੋਂ ਉਹ ਵੈਰੀ ਸਨ, ਖਿਲਾਫ ਖੜੋਤੇ ਸੀ, ਪਹਿਲੋਂ ਦੂਤ ਦੁਸ਼ਮਣ ਬਣ ਕੇ ਖੜੇ ਸਨ, ਜਿਸ ਕਰਕੇ ਉਹ ਆਪਣੇ ਅਧੀਨ ਲੈ ਕੇ ਆਉਣਾ ਚਾਹੁੰਦੇ ਸਨ, ਆਪਣੀ ਅਧੀਨਗੀ ਕਬੂਲ ਕਰਾਉਣਾ ਚਾਹੁੰਦੇ ਸਨ। ਪਰ ਜਿਸ ਦਿਨ ਤੋਂ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਗੁਰੂ ਜੀ ਨੇ ਬਖਸ਼ਿਸ਼ ਕੀਤੀ ਕਿ ਉਹ ਅਕਾਲ ਪੁਰਖ ਪਰਮੇਸ਼ਵਰ ਜਿਹਨੂੰ ਅਗਾਧ ਔਰ ਬੋਧ ਸੁਣਿਆ ਜਾਂਦਾ ਹੈ, ਉਹਨੇ ਮੇਰੇ ਹਿਰਦੇ ਅੰਦਰ ਪ੍ਰਗਟ ਕਰਕੇ ਵਿਖਾ ਦਿੱਤਾ। ਤੇ ਜਿਸ ਦਿਨ ਤੋਂ ਉਹ ਠਾਕੁਰ ਹਿਰਦੇ ਅੰਦਰ ਪ੍ਰਗਟ ਹੋਏ ਦਿਖੇ ਨੇ, ਉਸ ਦਿਨ ਤੋਂ ਕਹਿੰਦੇ ਇਹਨਾਂ ਦੂਤਾਂ ਨੇ ਅਧੀਨਗੀ ਕਬੂਲ ਆਪਣੀ ਕਬੂਲ ਕਰਾਉਣ ਦੀ ਬਜਾਏ ਇਹ ਆਪ ਅਧੀਨ ਹੋ ਗਏ। ਤੇ ਰੋਜ਼ ਜਿਹੜੇ ਡਰਾਉਂਦੇ ਸਨ ਹੁਣ ਆਪ ਡਰ ਕੇ ਬੈਠੇ ਨੇ। ਜਿਹੜੇ ਰੋਜ਼ ਮੈਨੂੰ ਨੀਵਾਂ ਦਿਖਾਉਣਾ ਚਾਹੁੰਦੇ ਸਨ ਅੱਜ ਉਹ ਆਪ ਨੀਵੇਂ ਹੋਏ ਬੈਠੇ ਨੇ ਤੇ ਹੱਥ ਜੋੜ ਜੋੜ ਮੇਰੇ ਅੱਗੇ ਬੇਨਤੀਆਂ ਤੇ ਅਰਜ਼ੋਈਆਂ ਕਰ ਰਹੇ ਨੇ ਵੀ ਸਾਨੂੰ ਆਪਣੇ ਮਾਲਕ ਤੋਂ ਬਚਾ ਲਾ, ਸਾਨੂੰ ਆਪਣੇ ਠਾਕੁਰ ਦੇ ਕੋਲੋਂ ਰੱਖ ਲਾ, ਅਸੀਂ ਤੇਰੀ ਸ਼ਰਨ ਵਿੱਚ ਆ, ਤੂੰ ਜਿਵੇਂ ਆਖੇਂਗਾ ਉਵੇਂ ਹੀ ਕਰਾਂਗੇ। ਸਤਿਗੁਰੂ ਜੀ ਨੇ ਅੱਜ ਸਮਝਾਉਂਦਿਆਂ ਆਖਿਆ ਕਿ ਜਿਸ ਵਕਤ ਅਸੀਂ ਇੱਕ ਸੁਆਮੀ ਨੂੰ, ਇੱਕ ਮਾਲਕ ਨੂੰ ਚਾਹੁੰਦੇ ਹਾਂ, ਉਹ ਮਾਲਕ ਜਦੋਂ ਕਿਰਪਾ ਕਰਦਾ ਹੈ, ਰਹਿਮਤ ਕਰਦਾ ਹੈ, ਉਸ ਦੀ ਬਖਸ਼ਿਸ਼ ਦੇ ਸਦਕਾ ਫਿਰ ਸਾਰੇ ਦੂਤ ਦੁਸ਼ਮਣ ਜਿਹੜੇ ਉਹ ਸੱਜਣ ਬਣ ਜਾਂਦੇ ਨੇ। ਚਾਹੇ ਉਹ ਬਾਹਰੀ ਤੌਰ ਤੇ ਗੱਲ ਕਰੀਏ ਤੇ ਚਾਹੇ ਅਧਿਆਤਮ ਤੌਰ ਉੱਤੇ। ਜਦੋਂ ਬਾਹਰੀ ਤੌਰ ਉੱਤੇ ਜ਼ਿਕਰ ਕੀਤਾ ਤੇ ਬਾਪੂ ਜੀ ਕਹਿੰਦੇ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣ ਆਈ। ਜਿਸ ਦਿਨ ਤੋਂ ਕਹਿੰਦੇ ਸੰਗਤ ਵਿੱਚ ਬੈਠਾ ਹਾਂ, ਗੁਰੂ ਕਾ ਸੰਗ ਕਰਨਾ ਸ਼ੁਰੂ ਕੀਤਾ ਹੈ, ਗੁਰੂ ਕੇ ਉਪਦੇਸ਼ ਨੂੰ ਜ਼ਿੰਦਗੀ 'ਚ ਕਮਾਉਣ ਲੱਗਿਆ ਹਾਂ, ਉਸ ਦਿਨ ਤੋਂ ਕਹਿੰਦੇ ਨਾ ਕੋਈ ਦੁਸ਼ਮਣ ਨਾ ਕੋਈ ਵੈਰੀ ਰਿਹਾ ਹੈ। ਉਸ ਦਿਨ ਤੋਂ ਸਾਰੇ ਹੀ ਸੱਜਣ ਬਣ ਗਏ। ਜਿਸ ਦਿਨ ਤੋਂ ਅਕਾਲ ਪੁਰਖ ਪਰਮੇਸ਼ਵਰ ਹਿਰਦੇ ਵਿੱਚ ਟਿਕੇ ਨੇ, ਉਸ ਦਿਨ ਤੋਂ ਅਧਿਆਤਮ ਜੀਵਨ ਅੰਦਰ ਵੀ ਕੋਈ ਦੁਸ਼ਮਣ ਕੋਈ ਵੈਰੀ ਨਹੀਂ ਰਿਹਾ, ਉਹ ਵੀ ਸਾਰੇ ਸੱਜਣ ਬਣ ਗਏ। ਉਹਨਾਂ ਦਾ ਕਾਰਨ ਹੈ ਏਕੋ ਸੁਆਮੀ ਆਹਿਆ ਜੀਓ। ਕਹਿੰਦੇ ਕਿਉਂਕਿ ਮੈਂ ਇੱਕ ਸੁਆਮੀ ਨੂੰ ਚਾਹਿਆ ਹੈ, ਇੱਕ ਸੁਆਮੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ, ਇੱਕ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਨਾਮ ਆਪਣੇ ਹਿਰਦੇ ਵਿੱਚ ਟਿਕਾਇਆ ਹੈ। ਜੋ ਕਿਛ ਕਰੇ ਸੋ ਆਪੇ ਆਪੈ,
बुद्ध सियाणप किशु ना जापै अपनिया संतानो आप सहाई प्रभ परम भुलावा लाहिया जियो। फिर कहते जो किछ करे सो आपे आपै। ਉਹ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਬਾਰੇ ਜਦੋਂ ਗੁਰੂ ਅਰਜਨ ਸਾਹਿਬ ਜ਼ਿਕਰ ਕਰਦੇ ਨੇ ਤੇ ਕਹਿੰਦੇ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ, ਨਾਨਕ ਤਿਸ ਬਲਿਹਾਰਨੈ ਜਲ ਥਲ ਮਹੀਅਲ ਸੋਏ। ਉਹ ਇੱਕੋ ਹੀ ਹੈ ਜਿਹਦੇ ਪ੍ਰਤੀ ਫਿਰ ਆਖਿਆ ਕਰਨ ਕਰਾਵਨ ਹਾਰ ਸੁਆਮੀ ਖੇਲੈ ਬਿਗਸੈ ਅੰਤਰਜਾਮੀ। ਜੋ ਕਿਛ ਕਰੇ ਸੋ ਆਪੇ ਆਪੈ, ਤੂੰ ਆਪੇ ਹੀ ਕਰਦਾ ਹੈ। ਬੁੱਧ ਸਿਆਣਪ ਕਿਛੂ ਨਾ ਜਾਪੈ, ਨਾ ਤੇ ਸਾਡੀ ਬੁੱਧੀ ਤੇ ਨਾ ਹੀ ਸਾਡੀ ਸਿਆਣਪ, ਇਹਦੇ ਨਾਲ ਅਸੀਂ ਉਹਨੂੰ ਕਦੇ ਸਮਝ ਨਹੀਂ ਸਕਦੇ। ਸਿਆਣੇ ਬਹੁਤ ਆ ਅੱਜ ਦੇ ਟਾਈਮ ਦੇ ਵਿੱਚ, ਅੱਜ ਦੇ ਸਮੇਂ ਵਿੱਚ ਹਰ ਬੰਦਾ ਬਹੁਤ ਸਿਆਣਾ ਹੈ, ਹਰ ਇਨਸਾਨ ਬਹੁਤ ਸਿਆਣਾ ਹੈ, ਪਰ ਸਾਡੀ ਸਿਆਣਪ ਦੁਨੀਆ ਨੂੰ ਸਮਝ ਸਕਦੀ ਹੈ, ਸਾਡੀ ਸਿਆਣਪ ਲੋਕਾਂ ਦੀ ਮੱਤ ਨੂੰ ਜਾਣ ਸਕਦੀ ਹੈ, ਪਰ ਸਾਡੀ ਸਿਆਣਪ ਪਰਮੇਸ਼ਵਰ ਨੂੰ ਨਹੀਂ ਜਾਣ ਸਕਦੀ। ਅਸੀਂ ਜਿੰਨਾ ਮਰਜ਼ੀ ਯਤਨ ਕਰ ਲਈਏ ਜਾਂ ਆਪਣੇ ਆਪ ਨੂੰ ਜਿੰਨੇ ਮਰਜ਼ੀ ਸ਼ਾਤਰ ਤੇ ਚਲਾਕ ਕਿਉਂ ਨਾ ਬਣਾ ਲਈਏ, ਪਰ ਅਕਾਲ ਪੁਰਖ ਪਰਮੇਸ਼ਵਰ ਸਾਡੀ ਸਮਝ ਤੋਂ ਪਰੇ ਨੇ। ਗੁਰੂ ਬਾਬਾ ਜੀ ਕਹਿੰਦੇ ਵੀ ਉਹ ਕਰਦਾ ਆਪੇ ਹੈ ਸਾਰਾ ਕੁਝ, ਉਹਦੇ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ, ਨਾ ਹੀ ਉਹਦੇ ਤੋਂ ਬਿਨਾਂ ਕੋਈ ਦੂਜਾ ਕਰਨ ਦੀ ਸਮਰੱਥਾ ਰੱਖਦਾ ਹੈ। ਔਰ ਨਾਲ ਆਖਿਆ ਵੀ ਸਾਡੀ ਬੁੱਧੀ ਸਾਡੀ ਮੱਤ ਜਿਹੜੀ ਹੈ ਉਹਨੂੰ ਕਦੇ ਵੀ ਜਾਣ ਨਹੀਂ ਸਕਦੀ, ਉਹਦੇ ਬਾਰੇ ਵਿੱਚ ਅਸੀਂ ਕੁਝ ਸਮਝ ਨਹੀਂ ਸਕਦੇ। ਹਾਂ ਇਤਨਾ ਜ਼ਰੂਰ ਹੈ ਕਿ ਆਪਣਿਆਂ ਸੰਤਾਂ ਨੂੰ ਆਪ ਸਹਾਈ, ਆਪਣੇ ਪਿਆਰਿਆਂ ਦੀ ਉਹ ਸਹਾਇਤਾ, ਆਪਣੇ ਪਿਆਰਿਆਂ ਦਾ ਸਹਾਇਕ ਉਹ ਆਪ ਬਣਦਾ ਹੈ। ਪ੍ਰਭ ਭਰਮ ਭੁਲਾਵਾ ਲਾਹਿਆ ਜੀਓ, ਕਹਿੰਦੇ ਜਦੋਂ ਦਾ ਪ੍ਰਭੂ ਜੀ ਨੇ ਭਰਮ ਤੇ ਭੁਲਾਵਾ ਜ਼ਿੰਦਗੀ ਵਿੱਚੋਂ ਲਾਹ ਦਿੱਤਾ ਹੈ, ਮਤਲਬ ਰੱਬ ਜੀ ਨੇ ਕਿਰਪਾ ਕੀਤੀ ਸਾਡੀ ਭਟਕਣਾ ਮੁਕਾਤੀ, ਰੱਬ ਜੀ ਨੇ ਕਿਰਪਾ ਕੀਤੀ ਸਾਡਾ ਭਰਮ ਉਤਾਰ ਦਿੱਤਾ। ਜਿਸ ਦਿਨ ਤੋਂ ਅਕਾਲ ਪੁਰਖ ਪਰਮੇਸ਼ਵਰ ਜੀ ਨੇ ਭਰਮ ਔਰ ਭੁਲਾਵਾ ਲਾਇਆ ਹੈ, ਇਹਨੂੰ ਖਤਮ ਕੀਤਾ ਹੈ, ਉਸ ਦਿਨ ਤੋਂ ਇਹ ਨਜ਼ਰੀ ਪਿਆ, ਉਸ ਦਿਨ ਤੋਂ ਇਹ ਦੱਸਿਆ ਕਿ ਉਹ ਆਪੇ ਹੀ ਕਿਰਪਾ ਕਰਦਾ ਆਪਣੇ ਸੇਵਕਾਂ ਦੀ, ਆਪਣੇ ਸੰਤਾਂ ਦੀ। ਜਿਹਨੂੰ ਆਪਾਂ ਜਦੋਂ ਸਤਿਗੁਰੂ ਜੀ ਕੀ ਪਾਵਨ ਬਾਣੀ ਪੜ੍ਹਦੇ ਤੇ ਮਾਲਕ ਜੀ ਕਹਿੰਦੇ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੈ ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਾਉ ਕਿਛ ਨਾਹੀ ਜਮ ਨਹੀਂ ਆਵੈ ਨੀਰੈ। ਹੁਣ ਭਾਵੇਂ ਅਸੀਂ ਇਹਨਾਂ ਨੂੰ ਬਾਹਰੀ ਤੌਰ ਉੱਤੇ ਵੇਖ ਲਈਏ ਤੇ ਭਾਵੇਂ ਅੰਦਰੂਨੀ ਤੌਰ ਉੱਤੇ, ਜਿਸ ਦੇ ਉੱਤੇ ਅਕਾਲ ਪੁਰਖ ਪਰਮੇਸ਼ਵਰ ਕਿਰਪਾ ਕਰਦਾ ਹੈ ਉਹ ਦੁੱਖਾਂ ਤੋਂ ਬਚ ਜਾਂਦਾ ਹੈ। ਸੋ ਦੁੱਖ ਕੈਸਾ ਪਾਵੇ, ਫਿਰ ਬੋਲ ਨਾ ਜਾਣੈ ਮਾਇਆ ਮਦ ਮਾਤਾ, ਪਰ ਜਿਹੜਾ ਮਾਇਆ ਦੇ ਮਦ ਵਿੱਚ ਮਸਤ ਹੈ, ਮਾਇਆ ਦੇ ਨਸ਼ੇ ਵਿੱਚ ਅੰਨਾ ਹੋ ਚੁੱਕਾ, ਉਹ ਕਦੇ ਵੀ ਅਕਾਲ ਪੁਰਖ ਪਰਮੇਸ਼ਵਰ ਨੂੰ ਸਮਝਦਾ ਨਹੀਂ, ਜਾਣਦਾ ਨਹੀਂ। ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ, ਉਹਨੂੰ ਫਿਰ ਮੌਤ ਵੀ ਚੇਤੇ ਨਹੀਂ ਹੈ। ਤੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਹੇ ਮੇਰੇ ਰਾਮ ਰਾਏ ਜੀਓ, ਹੇ ਅਕਾਲ ਪੁਰਖ ਜੀਓ, ਤੁਸੀਂ ਸੰਤਾਂ ਦੇ ਹੋ ਤੇ ਸੰਤ ਤੁਹਾਡੇ ਨੇ। ਤੇਰੇ ਸੇਵਕ ਕੋ ਭਾਉ ਕਿਛ ਨਹੀਂ, ਜਿਹੜੇ ਤੇਰੇ ਸੇਵਕ ਬਣ ਜਾਂਦੇ ਨੇ ਉਹਨਾਂ ਦੀ ਜ਼ਿੰਦਗੀ ਵਿੱਚੋਂ ਸਾਰੇ ਭਾਉ ਸਾਰੇ ਡਰ ਮੁੱਕ ਜਾਂਦੇ ਨੇ। ਇੱਥੋਂ ਤੱਕ ਜਮ ਨਹੀਂ ਆਵੈ ਨੇਰੇ, ਜਿਹੜੇ ਜਮਾਂ ਦਾ ਡਰ ਹੈ ਜਾਂ ਮੌਤ ਦਾ ਡਰ ਹੈ, ਉਸ ਮੌਤ ਦੇ ਡਰ ਤੋਂ ਵੀ ਉਹ ਬਚ ਜਾਂਦੇ। ਉਹਨਾਂ ਨੂੰ ਮੌਤ ਦਾ ਡਰ ਜਿਹੜਾ ਉਹ ਵੀ ਨਹੀਂ ਛੂੰਹਦਾ, ਨਹੀਂ ਪਾਉਂਦਾ। ਗੁਰੂ ਸਾਹਿਬ ਆਖਦੇ ਕਿ ਕਰਦਾ ਉਹ ਆਪੇ ਹੈ, ਸਭ ਕੁਝ ਕਰਵਾਉਂਦਾ ਵੀ ਆਪ ਹੈ, ਆਪੇ ਹੀ ਉਹ ਸਾਰੀ ਦੀ ਸਾਰੀ ਬਖਸ਼ਿਸ਼ ਕਰਨ ਵਾਲਾ, ਸਾਨੂੰ ਮੱਤ ਦੇਣ ਵਾਲਾ। ਪਰ ਸਾਡੀ ਮੱਤ ਵਿੱਚ ਉਹ ਕਦੇ ਆਉਂਦਾ ਨਹੀਂ ਹੈ, ਸਾਡੀ ਸਿਆਣਪ ਨਾਲ ਉਹ ਸਾਨੂੰ ਕਦੇ ਨਹੀਂ ਮਿਲਿਆ, ਔਰ ਨਾ ਹੀ ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਚਤੁਰਾਈਆਂ ਤੇ ਚਲਾਕੀਆਂ ਨਾਲ ਮਿਲਦਾ ਹੈ। ਉਹ ਆਪੇ ਹੀ ਆਪਣੇ ਸੇਵਕਾਂ ਦਾ ਸਹਾਇਕ ਬਣ ਕੇ, ਅੰਗੀਕਾਰ ਬਣ ਕੇ ਉਹਨਾਂ ਦੀ ਸਹਾਇਤਾ ਕਰਦਾ ਹੈ, ਤੇ ਆਪੇ ਹੀ ਆਪਣੇ ਸੇਵਕਾਂ ਦੀ ਜ਼ਿੰਦਗੀ ਦੇ ਵਿੱਚੋਂ ਭਰਮ ਦੇ ਪਰਦੇ ਭੁਲਾਵੇ ਔਰ ਜੀਵਨ ਦੇ ਵਿੱਚੋਂ ਭਰਮ ਜਿਹੜਾ ਉਹਨਾਂ ਨੂੰ ਆਪੇ ਹੀ ਖਤਮ ਕਰ ਦਿੰਦਾ ਹੈ। ਖੈਰ, ਨਾਲ ਨਾਲ ਆਪਾਂ ਸ਼ਹੀਦੀ ਸਾਕੇ ਨੀਲੇ ਤਾਰੇ ਨੂੰ ਵੀ ਆਪਾਂ ਚੇਤਾ ਕਰਦੇ ਚੱਲੀਏ, ਕਿਉਂਕਿ 1 ਜੂਨ ਤੋਂ ਲੈ ਕੇ
3 ਜੂਨ ਤੱਕ ਜਿਹੜਾ ਸਮਾਂ ਹੈ, ਉਹ ਸਮਾਂ ਜਿਹੜਾ ਨਾ ਇਉਂ ਕਹਿ ਸਕਦੇ ਹਾਂ ਵੀ ਫੌਜ ਭਾਰਤੀ ਸਾਰੀ ਦੀ ਸਾਰੀ ਭਾਵੇਂ ਘੇਰਾਬੰਦੀ ਤੇ ਕਰਕੇ ਬੈਠੀ ਹੈ ਅੰਮ੍ਰਿਤਸਰ ਸਾਹਿਬ ਨੂੰ, ਸਾਰੇ ਦੇ ਸਾਰੇ ਪੰਜਾਬ ਨੂੰ ਘੇਰਾਬੰਦੀ ਕੀਤਾ ਹੋਇਆ, ਪਰ ਕਿਤੇ ਨਾ ਕਿਤੇ ਮਨ ਅੰਦਰ ਫੌਜ ਦੇ ਇਹ ਭਰਮ ਹੈ ਵੀ ਸ਼ਾਇਦ ਸਾਡਾ ਪ੍ਰਭਾਵ ਵੇਖ ਕੇ ਤੇ ਸਿੱਖ ਆਪਣੇ ਹਥਿਆਰ ਸੁੱਟ ਜਾਣਗੇ, ਅਸੀਂ ਇਹਨਾਂ ਨੂੰ ਥੋੜਾ ਬਹੁਤਾ ਡਰਾਵਾਂਗੇ, ਥੋੜੀਆਂ ਬਹੁਤੀਆਂ ਗੋਲੀਆਂ ਚਲਾਵਾਂਗੇ, ਤੋਪਾਂ ਚਲਾਵਾਂਗੇ ਤੇ ਇਹਨਾਂ ਨੇ ਡਰ ਕੇ ਸਾਡੇ ਅੱਗੇ ਸਰੈਂਡਰ ਕਰ ਜਾਣਾ, ਆਤਮ ਸਮਰਪਣ ਕਰ ਜਾਣਾ। ਇਹ ਉਹਨਾਂ ਦੀ ਸੋਚ ਸੀ, ਜਿਹੜੀ ਸੋਚ ਉਹਨਾਂ ਦੀ ਢਹਿ ਢੇਰੀ ਹੁੰਦੀ ਹੋਈ ਉਹਨਾਂ ਨੂੰ ਨਜ਼ਰ ਆਈ ਜਦੋਂ ਉਹਨਾਂ ਨੇ ਬੰਦੂਕਾਂ ਦੇ ਨਾਲ, ਗੋਲੀਆਂ ਦੇ ਨਾਲ ਹਮਲੇ ਕਰਕੇ ਇਹ ਦਰਸਾਇਆ ਕਿ ਅਸੀਂ ਤੁਹਾਨੂੰ ਮਾਰ ਦਿਆਂਗੇ, ਮੌਤ ਦੇ ਘਾਟ ਉਤਾਰ ਦਿਆਂਗੇ। ਤੇ ਸਿੱਖਾਂ ਨੇ ਆਤਮ ਸਮਰਪਣ ਕਰਨ ਦੀ ਬਜਾਏ ਅੱਗੋਂ ਜਵਾਬੀ ਹਮਲੇ ਕੀਤੇ, ਤੇ ਜਵਾਬ ਦੇ ਜਦੋਂ ਹਮਲੇ ਕਰਦੇ ਤੇ ਉਹਨਾਂ ਦੀ ਫੌਜ ਦੇ ਵਿੱਚੋਂ ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰਦੇ ਨੇ। ਤੇ ਉਸ ਵਕਤ ਉਹਨਾਂ ਦੀ ਉਹ ਮੱਤ, ਉਹ ਸੋਚ ਢਹਿ ਢੇਰੀ ਹੁੰਦੀ ਹੋਈ ਨਜ਼ਰੀ ਆਉਂਦੀ ਹੈ, ਜਿਸ ਕਰਕੇ ਫਿਰ 4 ਜੂਨ ਤੋਂ ਲੈ ਕੇ 6 ਜੂਨ ਤੱਕ ਲਗਾਤਾਰ ਉਹ ਆਪਣੀ ਫੌਜ ਦੇ ਨਾਲ, ਆਪਣੇ ਹਥਿਆਰਾਂ ਦੇ ਨਾਲ, ਆਪਣੇ ਟੈਂਕਾਂ ਤੇ ਆਪਣੀਆਂ ਤੋਪਾਂ ਦੇ ਨਾਲ, ਆਪਣੇ ਗ੍ਰਨੇਡਾਂ ਦੇ ਨਾਲ, ਆਪਣੀਆਂ ਬਖਤਰਬੰਦ ਗੱਡੀਆਂ ਲੈ ਕੇ ਔਰ ਹੋਰ ਕਈ ਤਰ੍ਹਾਂ ਦੇ ਹਥਿਆਰ ਲੈ ਕੇ ਜਿਹੜੇ ਉਹ ਅਕਾਲ ਤਖਤ ਸਾਹਿਬ ਉੱਤੇ, ਹਰਮੰਦਰ ਸਾਹਿਬ ਦੀ ਇਮਾਰਤ ਉੱਤੇ, ਤੇ ਜਾਂ ਇਉਂ ਕਹਿ ਲਓ ਸਾਰੇ ਦੇ ਸਾਰੇ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਉੱਤੇ ਉਹ ਹਮਲਾ ਕਰਦੇ, ਜਿਨ੍ਹਾਂ ਦੇ ਅੰਦਰ ਉਹਨਾਂ ਦੀ ਸੋਚ ਇਹੋ ਹੈ ਕਿ ਅਸੀਂ ਇੱਕ ਵੀ ਸਿੱਖ ਜਿਹੜਾ ਉਹਨੂੰ ਜਿਉਂਦਿਆਂ ਇੱਥੋਂ ਜਾਣ ਨਹੀਂ ਦੇਣਾ, ਨਾ ਹੀ ਇੱਥੋਂ ਕੋਈ ਸਿੱਖ ਮੋੜਾਂਗੇ, ਜਾਣ ਦੇ ਇੱਥੇ ਸਿੱਖ ਜਿਉਂਦਾ ਕੋਈ ਜਾਣ ਨਹੀਂ ਦੇਵਾਂਗੇ, ਔਰ ਇਹਨਾਂ ਨੂੰ ਐਸਾ ਸਬਕ ਸਿਖਾਵਾਂਗੇ, ਐਸੀ ਭਿਆਨਕ ਮੌਤ ਮਾਰਾਂਗੇ ਕਿ ਕੋਈ ਵੀ ਜਿਹੜਾ ਨਾ ਫਿਰ ਉਹ ਨਾ ਤੇ ਸਿੱਖੀ ਅਪਣਾਏਗਾ ਤੇ ਸਾਰੇ ਸਿੱਖੀ ਤੋਂ ਡਰਦੇ ਹੋਏ ਆਪਣੇ ਆਪ ਹੀ ਆਪਣਾ ਮੁਖ ਜਿਹੜਾ ਉਹ ਮੋੜ ਜਾਣਗੇ। ਜਿਹੜਾ 4 ਜੂਨ ਦਾ ਦਿਨ ਸੀ ਉਹ ਬੀਤਿਆ ਹਮਲਾ ਕਰਦੇ ਆ, ਜਿਹਦੇ ਵਿੱਚ ਉਹਨਾਂ ਛੋਟੀਆਂ ਤੋਪਾਂ, ਛੋਟੇ ਹਥਿਆਰਾਂ ਦੀ ਵਰਤੋਂ ਕੀਤੀ। ਤੇ ਕੁਲਦੀਪ ਬਰਾੜ ਲਿਖਦਾ ਹੋਇਆ ਆਖਦਾ ਵੀ ਅਸੀਂ ਬਹੁਤ ਸਾਰੀਆਂ ਤੋਪਾਂ, ਬਹੁਤ ਸਾਰੇ ਹਥਿਆਰਾਂ ਤੇ ਬੰਬਾਂ ਦੀ ਵਰਤੋਂ ਤੇ ਕੀਤੀ, ਪਰ ਸਾਨੂੰ ਛੋਟੀਆਂ ਤੋਪਾਂ ਚਲਾਉਣ ਦੀ ਇਜਾਜ਼ਤ ਸੀ, ਸਾਨੂੰ ਟੈਂਕ ਤੇ ਵੱਡੀਆਂ ਤੋਪਾਂ ਚਲਾਉਣ ਦੀ ਅਜੇ ਇਜਾਜ਼ਤ ਨਹੀਂ ਸੀ ਮਿਲੀ। ਜਦੋਂ ਸਾਰੇ ਦਾ ਸਾਰਾ 4 ਜੂਨ ਦਾ ਸਾਕਾ, 4 ਜੂਨ ਦਾ ਦਿਨ ਗੁਜ਼ਰਿਆ ਨਾ, ਤੇ ਉਸ ਦਿਨ ਦੇ ਵਿੱਚ ਕਹਿੰਦੇ ਵੀ ਸਾਡੇ ਤਕਰੀਬਨ ਜਿਹੜੇ ਫੌਜੀ ਉਹ ਬਹੁਤ ਜ਼ਿਆਦਾ ਸ਼ਹੀਦੀ ਜਾਮ ਪੀ ਗਏ। ਉਹ ਲਿਖਦਾ ਕਹਿੰਦਾ ਤੇ ਅਸੀਂ ਸਿੱਖਾਂ ਦੇ ਕੋਈ ਬਹੁਤੇ ਜ਼ਿਆਦਾ ਜਿਹੜੇ ਨਾ ਉਹਨਾਂ ਨੂੰ ਮਾਰ ਨਾ ਸਕੇ, ਉਹਨਾਂ ਦੇ ਮੋਰਚੇ ਨਾ ਢਾਹ ਸਕੇ। ਤੇ ਜਦੋਂ ਇਹ ਸਾਰੇ ਹਾਲਾਤ ਅਸੀਂ ਜਰਨਲ ਵੈਦਿਆ ਨਾਲ ਸਾਂਝੇ ਕੀਤੇ ਤੇ ਜਰਨਲ ਵੈਦਿਆ ਨੇ ਫਿਰ ਵੱਡੇ ਟੈਂਕ ਤੇ ਵੱਡੇ ਤੋਪਾਂ ਜਿਹੜੀਆਂ ਉਹ ਸਾਨੂੰ ਚਲਾਉਣ ਦੀ ਇਜਾਜ਼ਤ ਦਿੱਤੀ। ਕਾਰਨ ਕਹਿੰਦਾ ਕਾਰਨ ਇਹ ਸੀ, ਅਸੀਂ ਛੋਟੀਆਂ ਤੋਪਾਂ ਲੈ ਕੇ ਜਦੋਂ ਜਾਂਦੇ ਸਾਂ ਜਾਂ ਛੋਟੀਆਂ ਤੋਪਾਂ ਦੇ ਨਾਲ ਜਦੋਂ ਹਮਲਾ ਕਰਦੇ ਸਾਂ ਤੇ ਸਿੱਖ ਸਾਡੀਆਂ ਛੋਟੀਆਂ ਤੋਪਾਂ ਨੂੰ ਨਾਕਾਮ ਕਰ ਦਿੰਦੇ ਸਨ, ਜਿਸ ਕਰਕੇ ਸਾਡੇ ਫੌਜੀਆਂ ਦਾ ਭਾਰੀ ਨੁਕਸਾਨ ਵੀ ਹੋਇਆ, ਜਾਨੀ ਨੁਕਸਾਨ ਵੀ ਬਹੁਤ ਹੋਇਆ ਤੇ ਮਾਲੀ ਨੁਕਸਾਨ ਵੀ ਬਹੁਤ ਹੋਇਆ। ਫਿਰ ਉਹਨਾਂ ਨੇ ਜਰਨਲ ਵੈਦਿਆ ਦੇ ਕੋਲੋਂ ਇਜਾਜ਼ਤ ਮੰਗੀ ਤੇ ਇਜਾਜ਼ਤ ਮੰਗਦਿਆਂ ਉਹਨਾਂ ਨੇ ਤਰਕੀਬ ਇਹ ਬਣਾਈ, ਕਿਉਂਕਿ ਜਿੰਨੀ ਉਹਨਾਂ ਕੋਲ ਬਟਾਲੀਅਨ ਸੀ, ਜਿੰਨੀ ਫੌਜ ਸੀ, ਉਹਨਾਂ ਦੇ ਵਿੱਚੋਂ ਕੇਵਲ ਗੋਰਖਾ ਫੌਜ ਜਿਹੜੀ ਉਹ ਬਾਕੀ ਰਹਿ ਗਈ ਸੀ। ਬਾਕੀ ਜਿਹੜੀ ਬਟਾਲੀਅਨ ਸੀ ਨਾ ਉਹ ਸਾਰੀ ਦੀ ਸਾਰੀ ਉਹਨਾਂ ਦਾ ਨੁਕਸਾਨ ਬਹੁਤ ਹੋਇਆ ਤੇ ਉਹ ਪਿੱਛੇ ਹਟ ਗਏ। ਫਿਰ ਉਹਨਾਂ ਨੇ ਹਰਮੰਦਰ ਸਾਹਿਬ ਅੰਦਰ ਜਦੋਂ ਹਮਲਾ ਕਰਨ ਦੀ ਵਾਰੀ ਆਈ, ਅਟੈਕ ਕਰਨ ਦੀ ਵਾਰੀ ਆਈ, ਤੇ ਉਹਨਾਂ ਨੇ ਗੋਰਖਾ ਫੌਜ ਨੂੰ ਇਜਾਜ਼ਤ ਦਿੱਤੀ ਤੇ ਉਹ ਅਗਾਂਹ ਵੱਧ ਕੇ ਫਿਰ ਹਰਮੰਦਰ ਸਾਹਿਬ ਉੱਤੇ ਹਮਲਾ ਕਰਦੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਮੇਨ ਗੇਟ ਤੋਂ ਹਮਲਾ ਕਰਨ ਦੀ ਜਿਹੜੀ ਤਰਕੀਬ ਬਣਾਈ, ਸਕੀਮ ਬਣਾਈ। ਤੇ ਉਸ ਸਕੀਮ ਦੇ ਅਧੀਨ ਤਹਿਤ ਇਹ ਬਾਤ ਸੀ ਕਿ ਜਦੋਂ ਸਾਹਮਣੇ ਤੋਂ ਗੋਲੀਆਂ ਚਲਾਵਾਂਗੇ, ਫਰੰਟ ਗੇਟ ਤੋਂ, ਮੇਨ ਗੇਟ ਤੋਂ ਜਦੋਂ ਗੋਲੀਆਂ ਚਲਾਵਾਂਗੇ ਤੇ ਸਾਰੇ ਸਿੱਖ ਜਿਹੜੇ ਇਸ ਪਾਸੇ ਰੁੱਝੇ ਰਹਿਣਗੇ ਤੇ ਦੂਜੇ ਪਾਸੇ ਤੋਂ ਅਸੀਂ ਰਾਮਦਾਸ ਸਰਾਂ ਜਿਹੜੀ ਹੈ ਉਸ ਪਾਸੇ ਲੰਗਰ ਹਾਲ ਵਾਲੇ ਪਾਸੇ ਤੋਂ ਅਸੀਂ ਆਸਾਨੀ ਦੇ ਨਾਲ ਹਰਮੰਦਰ ਸਾਹਿਬ ਵਿੱਚ ਦਾਖਲ ਹੋ ਜਾਵਾਂਗੇ। ਪਰ ਹੋਇਆ ਕੀ, ਕਹਿੰਦਾ ਵੀ ਉਹ ਜਿਹੜੀ ਸਕੀਮ ਤਰਕੀਬ ਅਸੀਂ ਬਣਾਈ ਸੀ ਸਾਡੀ ਉਹ ਵੀ ਢਹਿ ਢੇਰੀ ਹੁੰਦੀ ਨਜ਼ਰ ਆਈ, ਕਿਉਂਕਿ ਉਦੋਂ ਵੀ ਸਾਡੀ ਫੌਜ ਦਾ ਬੜਾ ਜਾਨੀ ਤੇ ਮਾਲੀ ਨੁਕਸਾਨ ਹੋਇਆ। ਫਿਰ
उस तो बाद विच कहिंदा सब तो पहला जरनल वैद्य तो इजाजत लई, जदों सारी घटनाक्रम उन्होंने दसिया तो उन्हें टैंक सानू लैके जाण दी इजाजत दिती हरमंदर साहब अंदर। ते रात तकरीबन 10:30 बजे असी टैंक जिहड़े वो जलियांवाले बाग तो तोरे। असी सोचिया सी भी केवल 2-4 मिनट की खेड है, 2-4 मिनटां दे विच असी अकाल तख्त साहब ढह ढेरी कर देना। अकाल तख्त साहब ढह ढेरी कर देंगे, सिखां दे मोर्चे ढह ढेरी कर देंगे। पर जदों असी अपने टैंक लैके उथों जलियांवाले बाग तो तुरे तो जलियांवाले बाग तो टैंकां की गिणती 4 लिखी, पर कुछ विद्वान ते इतिहासकार लिखते हैं टैंकां की गिणती 6 दसदे ने। वो टैंक लैके गए ਜਿਹੜੇ सिर्फ इस करके लैके गए सन भी असी हुण छोटियां तोपां दे नाल ते हमले करके वेख लए, कुछ नहीं बनिया। सगों साडियां तोपां दा भी नुकसान होया ते साडी फौज का भी नुकसान होया, जिहदे विच तकरीबन 5 जून वाले दिन जदों फौजियां की गिणती लिखी ना ते उन्हां दे विच 4088 फौजी जिहड़े वो मौत के घाट सिखां वल्लों उतारे गए ते जिन्हां दे विचों 7296 फौजी जख्मी हुंदे, जिस करके जरनल वैद्य कुलदीप बराड़ जां इन्हां दी फौज की अगवाई करन वाले जिहड़े होर आगू सन उन्हां नूं बहुत ज़्यादा क्रोध कह लो, बहुत ज़्यादा गुस्सा चढ़िया, जिस करके वो इन्हां टैंकां नूं हरमंदर साहब वल चढ़ा के भेजदे। ते जदों सिखां दी गिणती की बात आई, ये कुलदीप बराड़ खुद लिखदा कहंदा भी अहीं अपनी CID जिहड़ी अंदर भेजी सी ना, वो CID लैके जदों बाहर आए तो उन्हां दसिया भी तकरीबन 300 सिख ने जिहड़े अकाल तख्त साहब अंदर बैठे हुए और बाकी सारे दे सारे अमृतसर हरमंदर साहब के अंदर तकरीबन 1100 सिखां की गिणती होनी है। मतलब टोटल जे गल करिए तो 1400 सिखां का जिक्र है भी 300 अकाल तख्त साहब के अंदर जिहड़े बैठे हुए ने, जिहड़े हथियारां नाल लैस ने, ते बाकी 1100 के 11 जिहड़ी सारी इमारत है उहदे विच ने। सिर्फ सिख जदों आम संगत की बात करांगे तो वह बहुत गिणती विच सी, जिन्हां दे विचों ना उन्हां ने जिक्र करदिआं आखिया भी जदों आखिया सी असी कि अपना आपा जिहड़ा सरैंडर करके आत्म समर्पण करके बाहर आ जाओ, तो उन्हां दे विचों कहंदा 170 लोग सन जिहड़े हत्थ खड़े करके ते उथों बाहर आ गए। पर जदों असी कहंदे सारी ये कार्रवाई करनी शुरू कीती ना, उस वक्त जिहड़े वड्डे लीडर अपने आप नूं अखवाउण वाले उन्हां सारियां दे चेहरिਆਂ उत्ते डर ते खौफ नज़री आउंदा सी, जिहड़े सिर्फ इस उड़ीक विच सन कि कदों कोई मौका मिले, कदों कोई सबब मिले तो असीं इत्थों दौड़ चलीए, इत्थों निकल चलीए। ये सारी खबर वो कुलदीप बराड़ लिखदा अपनी किताब विच जिक्र करदा कि साडे CID ने आके सानू दित्ती, जिहड़े खबरी असीं अंदर छड्डे सन। ते उन्हां ने आके दसिया भी जिन्ने लीडर ने ना वो सारे अपने मनां अंदर उन्हां दे चेहरिਆਂ उत्ते डर नज़री आउंदा भासदा है, ते सिर्फ उन्हां दा जिहड़ा मौत दा डर है ना वो इस करके उतों भज्जण तो रुके हुए जां हत्थ खड़े करके बाहर निकलण तो रुके हुए ने कि उन्हां नूं जिन्ने अंदर वो अतवादी लफ्ज़ सिखां वास्ते वरतदे भी जिन्ने अतवादी अंदर बैठे ने जरनैल सिंह भिंडरां वालियां दे साथियां तो उन्हां नूं डर लगदा, जिस करके अजे तक वो अंदर बैठे ने, नहीं तो हुण तक उन्हां ने कदों दा ही बाहर आ जाना सी। और इहदा नतीजा भी आपां नूं वेखण नूं मिलिया कि जदों उन्हां नूं सबब जदों उन्हां नूं मौका लगा वो उसे वेले हत्थ खड़े करके ते उथों बाहर हो तुरे। हमेशा ख्याल रखो आपस विच लड़ाई सरकारां दी हुंदी है, लड़दियां आपस अंदर सरकारां ने, चाहे मौके दियां होण ते चाहे साबका होण, झगड़ा इन्हां दा हुंदा है, पर मारे अक्सर आम नौजवान जांदे ने, नुकसान हमेशा आम बंदियां दा हुंदा है। और चेता रखिए आम बंदियां दा नुकसान इस करके हुंदा है क्योंकि आम बंदा जज्बाती हो के जिउंदा है, ते जदों असीं जज्बाती हो के जिउंदे आ ना, साडे जज्बातां दा लाभ, साडे जज्बातां दा फायदा हमेशा समय दियां ते साबका सरकारां चुकदियां, जिहड़े अपनियां रोटियां सेकण वास्ते राजनीति दियां साडियां जिंदगियां नाल खिलवाड़ करदे, साडे जीवनां नाल खिलवाड़ करदे ने। और साडी मौत दे उत्ते परिवार नाल दुख प्रगटाउण दी बजाए, नौजवानां दी मौत उत्ते परिवार दे सहायक बन के खड़ोण दी बजाए उन्हां दी मौत उत्ते भी वो अपनियां राजनीतिक रोटियां ही सेकदे ने, इहदे तो बिना कुछ नहीं। ये अटल सच्चाई है। झगड़े हमेशा सरकारां दे हुंदे ने, पर ना तो कोई सरकारी लीडर मारिया जांदा है, ना ही कोई सरकारी आगू अगवाई करन वाला मारिया जांदा है। जदों भी मारे जांदे ने उदों आम घरां दे नौजवान,
आम घरां दे पुत्तर ते आम घरां दे मनुख ही मारे जाते ने। इन्हां पिछे कारण सिर्फ साडे जज्बात ने, इहदे तो बिना कुछ नहीं। क्योंकि राजनीतिक जिहड़ा है वो कदे जज्बाती नहीं हुंदा, ते जिहड़ा जज्बाती हुंदा वो कदे राजनीतिक नहीं बन सकदा। जिहड़ा राजनीतिक है वो अपने सारे जज्बातां नूं ला दिंदा है, जज्बात कढ दिंदा है, ते जिहड़ा जज्बाती है वो कदे चंगी राजनीति नहीं कर सकदा। जे असीं राजनीति करना चाहुंदे आ ते फिर सानू अपने जज्बात जिहड़े उन्हां नूं काबू विच रखदे आ, फिर उसे हिसाब नाल चलना पएगा जिद्दां एक राजनीतिक चलदा है। पर जे असीं जज्बातां दे अधीन हो के चलांगे फिर जो कुछ अज तक हुंदा आया यही कुछ हुंदा रहेगा। पहलों भी नौजवान मरदे रहे, अज भी मरदे ने, आउण वाले समय विच भी नौजवान मरदे रहणगे जे असीं अपने जज्बातां नूं काबू करके ना रह सके। खैर उस वक्त उन्हें जिक्र किया कि असीं लैके सारी फौज टैंकां समेत जदों अकाल तख्त साहब वल वधे ना, असीं सोचिया सी भी सिर्फ 4-5 मिनटां दी 10 मिनटां दी खेड है, साडियां तोपां साडियां वड्डियां टैंकां दे अगे सिखां दी की हैसीयत है। ये साडियां तोपां साडे टैंक बहुत वड्डे वड्डे ने, ये बहुत वड्डियां वड्डियां मारां करन वाले ने। और इत्थों तक भी उन्हां जिक्र किया कि साडे वड्डे टैंक लैके जाण दा कारण ये सी क्योंकि सिखां दे कोल जिहड़े रॉकेट लांचर सन, सानू पता लगा सी भी वो मुक चुके ने, जिन्हां नाल टैंक उड़ाए जा सकते ने, जिन्हां नाल टैंकां दा नुकसान किया जा सकता है, वो रॉकेट लांचर सिखां कोलों मुक चुके ने। जिस करके जनरल वैद्य ने सानू इजाजत दित्ती सी भी हुण तुसीं टैंक लैके परिक्रमा विच चले जाओ। असीं इहो सोच लैके कहंदे अगांह वधे ते तकरीबन सानू 6 घंटियां दा समां लगा टैंकां समेत हरमंदर साहब दी परिक्रमा विच दाखल होण लई। जदों असीं टैंक लैके अगांह वधे ते उन्हां टैंकां दे उत्ते सिखां ने फिर अन्नेवाह गोलाबारी कीती, पर उन्हां टैंकां दा कुछ विगड़िया नहीं। ते जिहड़ी फौज सी वो असीं सारी टैंकां दे मगर लाई सी भी जदों टैंक दाखल होणगे टैंक अगांह नुकसान करदे जाणगे ते मुड़ के फौज जिहड़ी वो मोर्चिਆਂ ते काबज हुंदी जाएगी। इस तरीके दे नाल तकरीबन कहंदा 6 घंटियां दी जदो जहद तो बाद विच हरमंदर साहब दी परिक्रमा दे विच साडे टैंक जिहड़े वो दाखल होए ते उन्हां टैंकां दी मदद नाल सहायता दे नाल जदों असीं गोले जिहड़े सुट्टे ते उन्हां गोलियां दे नाल सिखां दे मोर्चे जिहड़े उन्हां नूं ढाया गया। उन्हां दे पक्के मोर्चे जदों ढा दित्ते गए, केवल गोलियां नाल नहीं, उन्हां ने होर भी कई तरह के गरनेट, कई तरह के बंब, अथरू गैस के गोले, बेहोशी वाले सारे, इन्हां सारियां चीज़ां की वरतों करदिआं उन्हां सिखां दे उत्ते ते उन्हां दे मोर्चिਆਂ ਵੱਲ सुटदिआं होइआं भी साडा नुकसान फौज का बहुता ना होवे। जिथों भी उन्हां नूं गोलियां चलदियां नज़र आउंदियां जां पता लगदा उस पासे नूं सिखां दे मोर्चिਆਂ ਵਿੱਚੋਂ अथरू गैस के गोले जां होर जिहड़ियां बेहोशी वालियां दवाइयां इन्हां नूं सुट दिंदे तां जो उस पासिਓਂ गोलियां की वरखा नूं रोकिया जा सके। इस तरीके दे नाल ना उन्हां सारी जद्दोजहद सारा तशद्दद कीता ते वो जिक्र करदिआं आखदे कहंदे फिर तकरीबन 6 घंटियां दी जद्दोजहद तो बाद जदों टैंक अंदर दाखल होए ना, अकाल तख्त साहब वाल टैंक का मूँह किया गया ते सवेरे 3 बजे अमृत वेले का समा जदों सब तो पहला गोला अकाल तख्त साहब की इमारत वाल सुटिया जाता है। अकाल तख्त साहब के उत्ते गोला पहला 3 बजे वजदा सवेरे, कहंदा वो गोले ने कला अकाल तख्त नहीं ढाया, उन्हें सारे दे सारे सिखां नूं एक वारी कह लो रोह दे विच भर दिता। उस गोले ने सिखां दे हिरदिआं नूं बलूंदर के रख दिता। उस गोले ने सारे दा सारा एक वारी अमृतसर शहर हिला के रख दिता। अमृतसर शहर नहीं, इत्थों तक पंजाब की धरती उत्ते रहन वाला सारा सिख उन्हां दे हिरदे एक वारी हिला के सारे दे सारे पंजाब नूं हिला के रख दिता। पर कहंदा जदों वो गोला दागिया गया ना, मैं बहुत ज़्यादा खिझिया होया सां, पर उस गोले नूं वेखदिआं ते वज्जे गोले सदका मैनूं मानी मन बड़ी खुशी हुई भी जेड़ा मैं काम करन आया सां अज मैं उस मोर्चे दे उत्ते फतेह जिहड़ी उहदे वल वध रिहा हां, मेरी जित होएगी। ये सोच लैके ते फिर कहंदा 2-3 तकरीबन 9 गोले ने जिहड़े अकाल तख्त साहब की इमारत उत्ते उस वक्त मारे गए, जिस नाल सिखां दे जिहड़े अकाल तख्त साहब उपरले मोर्चे सन वो भी ढह ढेरी होए। उस मोर्चिਆਂ ਦੀ ढह ढेरी होण दे नाल नाल जिहड़े आसे पासे हुण बुंगे सन वो बुंगे असीं पहलों हवाई कमांडोआं दे नाल ढह ढेरी कर चुके हाँ।
पर किते किते जिन्हां नूं जिक्र करदिआं उन्हां आखिया भी अजे भी सिखां दीआं गोलियां रुकीਆਂ नहीं सन, उन्हां दीआं बंदूकां विचों गोलियां अजे भी चल रहीआं ने ते उन्हां दा हिरदे रोह नाल इन्ने क भर गए ते ओह खुद साडा दुश्मन अपनी जुबान तो सिफत करदिआं आखदा है कि इत्थे भी इन्हां दी हिम्मत ते बहादरी दी दात देनी पएगी कि टैंकां दे अगे भी ये कल्ला कल्ला हो के अपनियां बंदूकां लैके इउं अगे हो रहे ने। अब साडी फौज का मुकाबला करन लई जिवें मौत का कोई खौफ ते भै ही नहीं है। और वो सारे अपने, क्योंकि हुण गल ये नहीं सी कि असीं अपनियां जानां बचा के लड़ना, गल ये सी भी साडे अकाल तख्त साहब अगे इन्हां ने अख चुकी है ते इन्हां दियां ना ते असीं अखां छड्डणीआं ते ना ही ये जिउंदे छड्डणे। भावें उन्हां दे मनां विच ते उन्हां दे हत्थां विच ताकत बहुत सी, उन्हां दे कोल सारी फौज सी, हर तरह का उन्हां कोल साधन सी जिन्हां दी वरतों करदिआं उन्हां ने अपनी मन की जिहड़ी मत सी ते अपनी सोच नूं उन्हां कामयाब ते कीता। पर ना ते उह सिखां दे हिरदिआं विचला रोह जिहड़ा उहनूं बदल सके, ना ही सिखां दी सोच नूं तब्दील कर सके। बस उस वक्त इउं कह सकते हैं कि जिहड़े चंद क सिख उत्थे गुरु घर दी रखवाली वास्ते, गुरु घर दी बेअदबी नूं रोकण वास्ते जिहड़े उस वक्त उत्थे मौजूद सन, उन्हां ने वारी वारी एक एक सिख ने अगाह हो के फौज का मुकाबला करदिआं शहीदी जाम जरूर पीते। ते उन्हां नूं लगदा सी भी शायद इत्थे जिहड़े सिख मारे गए यही सिख ने, बाकी असीं पंजाब दी धरती उत्ते सिखां नूं छड्डांगे नहीं। उन्हां दी सोच इहो कहिंदी सी। पर उन्हां फिर जिक्र करदिआं आखिया भी जदों असीं परिक्रमां दे विच टैंकां नाल हमला करके इमारतां नूं ढाया, जिहड़े सिखां दे पक्के मोर्चे सन ना वो सारे ढह ढेरी हुंदे सानूं नज़र आए। पर उपरलियां बिल्डिंगां तो अजे भी गोलियां चल रहीआं सन, जिन्हां नूं असीं रोकण दी बड़ी कोशिश कीती, बड़ा यतन कीता ते उन्हां गोलियां दे नाल फिर साडे कई फौजी जिहड़े वो शहीदी जाम पींदे ने। इस तरीके दे नाल जिहड़ा 5 जून दा सारा दिन है, कहंदे कमसाण दी लड़ाई टोटल 17 घंटिਆਂ ਦਾ ਜ਼ਿਕਰ ਕੀਤਾ कि 17 घंटिਆਂ ਦੀ लड़ाई ਦੇ ਪਿੱਛੋਂ ਸਾਡੇ ਮਨਾਂ ਅੰਦਰ ਕਿਤੇ ਇੱਕ ਆਸ ਦੀ ਕਿਰਨ ਜਾਗੀ ਵੀ ਹੁਣ ਅਸੀਂ ਹਰਮੰਦਰ ਸਾਹਿਬ ਦੀ ਇਮਾਰਤ ਉੱਤੇ ਵੀ ਕਾਬਜ ਹੋ ਜਾਾਂਗੇ, ਅਕਾਲ ਤਖਤ ਸਾਹਿਬ ਦੇ ਉੱਤੇ ਵੀ ਸਾਡਾ ਕਬਜ਼ਾ ਹੋ ਜਾਏਗਾ। ਲਗਾਤਾਰ 17 ਘੰਟਿਆਂ ਦੀ ਜੰਗ ਤੋਂ ਬਾਅਦ ਵਿੱਚ ਸਾਨੂੰ ਕਿਤੇ ਸਾਡੀ ਜਿੱਤ ਨਜ਼ਰ ਆਉਣ ਲੱਗੀ। ਇਹ ਉਹਨਾਂ ਦੀ ਫੌਜ ਦੀ ਅਵਧੀ ਜ਼ੁਬਾਨੀ ਹੈ ਤੇ ਗੁਰੂ ਕਿਆਂ ਸਿੱਖਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤਿਆਂ ਬਿਨਾਂ ਉੱਥੇ ਮੁਕਾਬਲੇ ਕੀਤੇ, ਸ਼ਹੀਦੀ ਜਾਮ ਪੀਤੇ। ਉਹਨਾਂ ਦੀਆਂ ਸ਼ਹਾਦਤਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ। ਉਹਨਾਂ ਸ਼ਹੀਦਾਂ ਦੇ ਅੱਗੇ ਸਾਡਾ ਸਿਜਦਾ ਹੈ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੀ, ਆਪਣੇ ਘਰਾਂ ਦੀ ਪਰਵਾਹ ਛੱਡ ਕੇ ਤੇ ਕੇਵਲ ਆਪਣੀਆਂ ਜਾਨਾਂ ਆਪਣੇ ਗੁਰੂ ਦੇ ਲੇਖੇ ਵਿੱਚ ਲਾਈਆਂ ਵੀ ਸਾਡਾ ਘਰ ਉੱਜੜਦਾ ਉੱਜੜ ਜਾਏ, ਸਾਡਾ ਪਰਿਵਾਰ ਉੱਜੜਦਾ ਉੱਜੜ ਜਾਏ, ਸਾਡੇ ਕੋਲ ਕੁਝ ਬਚੇ ਨਾ ਬਚੇ, ਪਰ ਅਸੀਂ ਗੁਰੂ ਕੀ ਬੇਅਦਬੀ ਆਪਣੀਆਂ ਅੱਖਾਂ ਨਾਲ नहीं वेख सकते, ना गुरु की बेअदबी वेख सकते हैं ते ना ही गुरु घर की बेअदबी वेख सकते हैं। ते वो सारे ही गुरु के सिख जिहड़े अपने मोर्चों उत्ते डटे रहे, जिन्ना चिर उन्हां दे शरीरां विच सवास चलदे रहे उन्ना चिर वो गुरु के सिख उत्थे जंग के मैदान विच जूझते रहे। ते अज दा दिन 5 जून ही जरनल शुबेग सिंह जी उत्थे जंग के मैदान विच जूझदियां होइयां शहादत दा जाम पींदे ने। क्योंकि इक्को एक जिथे आपां संत जरनैल सिंह जी का जिक्र करते हैं ना कि वो बहुत ज़्यादा दूर अंदेशी के मालिक सन, जिथे वो दूर अंदेशी के मालिक ने उत्थे जरनल शुबेग सिंह भी बड़ी वड्डी विशाल मत रखण वाले ने। और जिन्ना अंदर मोर्चाबंदी ते जिन्नी अंदर फौजी कार्रवाई सिखां ने कीती सी, जिहड़े मोर्चे बने, मोर्चाबंदी कीती जां बैठण दा मोर्चियां दा प्रबंध सी, वो सारे का सारा प्रबंध जिहड़ा वो जरनल शुबेग सिंह का करवाया होया। ते कुलदीप बराड़ खुद आप अपनी जुबान तो कहिंदा है कि जिन्ना चिर जरनल शुबेग सिंह अंदर बैठा ना उन्ना चिर ना तो साडी फौज अंदर दाखिल हो सकती है और ना ही अहीं सिखां दे मोर्चियां बारे पता करके ते उन्हां नूं ढह ढेरी कर सकते हैं। इसलिए सब तो पहला जिहड़ा इन्हां दा जरनैल है ना, मतलब फौजी जरनैल जिहड़ा बन के इन्हां दा बैठा है जरनल शुबेग सिंह, पहलों उन्होंने मौत के घाट उतारिया जाए, बाकी मोर्चा जितना साडे लई बड़ा आसान हो जाएगा।
इस लई सब तो पहला इन्हां दी जिहड़ी कोशिश सी वो इहो सी कि जनरल शबेग सिंह नूं मौत दे घाट उतारिया जाए। बाकी मोर्चिਆਂ ਨੂੰ ਢਹਿ ਢੇਰੀ करना ਸਾਡੇ ਲਈ कोई बहुती वड्डी खेड नहीं। ते 5 जून वाले दिन जनरल शबेग सिंह भावें उन्हां अपना सारा जीवन सरकारी फौज विच व्यतीत कीता, पर जदों अपने हक्कां दी खातर लड़न दी वारी आई, अपने हक्कां खातर खड़ोण दी वारी आई, ते ना ही उन्हां ने अपनी नौकरी दी कोई परवाह कीती ते ना ही उन्हां ने अपने किसी होर चिंता जां खौफ नूं उन्हां जताया, सगों अपने गुरु खातर अपने पंथ खातर वो भी अगाह होके अपनी छाती डाउंदे ने ते आप खुद शहीदी जाम अगे होके पींदे ने। जे उन्हां दे क्योंकि उन्हां दी जुबान सी कि जे मैं अपने देश खातर लड़ सकदा, बाकी लोगों वास्ते लड़ सकदा हाँ, ते मैं अपने पंथ लई लड़न तो कदे भी पिछे नहीं हटांगा, मैं अपने गुरु लई लड़न तो कदे पिछे नहीं हटांगा। ते जे लड़दियां होया मेरे श्वास मेरा शरीर किते मौत दे घाट उतर जाए, मेरा शरीर किते खत्म हो जाए, तो मैं समझांगा कि मेरी काया मेरा शरीर जिहड़ा वो पंथ दे लेखे लगा। और सचमुच उन्हां दी जुबान जिहड़ी अकाल पुरख परमेश्वर जी ने इउं कह लो भी उन्हां दे बचन जो जुबान तो कहे ओह पूरे होए। उन्हां दा शरीर पंथ दे लेखे लगा, उन्हां दी देह कौम दे लेखे लगी। अपने धर्म खातर अपने हक्कां खातर अपने गुरु खातर ते अपने गुरु घर दी बेअदबी दा होई बेअदबी दी बदले खातर वो अपना आपा जिहड़ा अपने पंथ तो अपनी कौम तो कुर्बान करदे आ शहीदी जाम पींदे ने। जनरल शबेग सिंह दी शहादत दा जाम पींदे सारे पासे एक बार फिर सोग दी लहर दौड़ जाती है। मानो उस वक्त ना ये भी कह सकते हैं कि वो मोर्चे का जिहड़ा सब तो वड्डा थंम सी ना वो डिगदा नज़र आया ते लगा भी हुण वो वेला दूर नहीं कि जिहड़ी सोच लैके फौज चढ़ के आई है इन्हां दी वो भैड़ी सोच कामयाब हो जानी ते इन्हां ने अकाल तख्त साहब उत्ते काबज हो जाना। जिस करके वो सारे दे सारे जिहड़े फौजी सन उन्हां ने होर बड़े बल नाल बड़ी ताकत नाल हल्ला कीता तां जो अंदर बैठे संत जरनैल सिंह जी जिहड़े उन्हां नूं मौत दे घाट उतारिया जा सके। उन्हां नूं मकसद मौत दे घाट उतारना नहीं सी, क्योंकि जदों सारी दी सारी वारता आरंभ करनी सी ना इन्हां ने इसाका नीला तारा शुरू करना हमला करना, उदों पहलां तकरीबन 11 क हदायतां सी जिहड़ियां फौजियां नूं दित्तियां गईयां। उन्हां दे विच सब तो पहली जिहड़ी सी ना फौज किसी भी वेले किसी भी वक्त किसी भी पासियों हरमंदर साहब की इमारत विच दाखल हो सकती है, उन्हां दे उत्ते कोई भी कार्रवाई ना की जाए। दूजा, जे हरमंदर साहब की इमारत के अंदर फौजी वालों किसी की धी भैन या किसी की माता की इज्जत नाल खिलवाड़ किया जाता है तो फौजियों के खिलाफ कोई कार्रवाई नहीं। जे इस तशद्दद के अंदर उन्होंने गोलियां उन्होंने बंदूकां उन्होंने तोपां इमारत के उत्ते अकाल तख्त साहब उत्ते हरमंदर साहब की इमारत उत्ते चलाउणियां पै जाण ते उन्हां दे किसी भी प्रकार कोई कार्रवाई ना की जाए। और नाल जिक्र करदे आ इतिहासकारां लिखिया कि जिहड़ी समय की राणी वालों हदायत सी वो ये सी कि संत जरनैल सिंह जिहड़ा भिंडरां वाला है वो उत्थों जिउंदा फड़ के खास हवाई जहाज़ की सहायता नाल मेरे कोल पेश किया जाए, फिर उहदे नाल की सलूक करना की वरताओ करना वो फैसला मैं करांगी। इस तरह दीयां तकरीबन हदायतां जिहड़ियां वो दित्तियां गईयां, जिस करके फौज की कोशिश इहो सी कि संत जरनैल सिंह जिहड़ा है असीं उहनूं जिउंदियां फड़ीए ते जिउंदियां फड़ के समय की राणी दे अगे पेश करिए। पर रात्रि के दीवाना विच भी बचन साझे कीते सन कि उन्हां दी जुबान ते उन्हां दी रसना तो एक बचन सी भी जिन्ना चिर इस शरीर अंदर श्वास चलदे ने, जिन्ना चिर इस काया दे अंदर साह चलदे ने, उन्ना चिर अकाल तख्त साहब दे उत्ते कब्जा ते बड़ी दूर दी गल है। कोई भी उस अकाल तख्त साहब की इमारत हरमंदर साहब की इमारत वाल अख चुक के भी नहीं वेख सकदा। पर जे किते ये हो जाए अकाल तख्त साहब उत्ते फौज का कब्जा हो जाए, हरमंदर साहब उत्ते फौज काबज हो जाए, तो उस वक्त समझ लेना कि भाणा वरत गया। उस वक्त ये जान लेना कि इस शरीर विचों श्वास निकल गए ने। बस उन्हां बोलां नूं ही उन्हां पुगाया ते 5 जून वाले दिन
सिख डट के मुकाबला करते रहे, पर फौज नूं अजे भी सबर ना आया, क्योंकि उन्होंने कब्जा सिर्फ इक्को मोर्चे ते कीता सी। अजे बाकी मोर्चों उत्ते कब्जा करना ते बाकी जेड़े अंदर बैठे सिख ने उन्हां नूं जिउंदियां फड़न दी आस, संत जरनैल सिंह जी नूं जिउंदियां फड़न दी आस वो अजे लाई बैठे ने। वो किवें सारा मोर्चा अगां वो कोशिश करते, वो यतन करते, ते किवें गुरु के सिख जेड़े वो बहादरी दे नाल फौज का मुकाबला करते हैं, शहीदी जाम पींदे ने। आपां अगलेरे दीवानां दे अंदर समय दे नाल नाल साझियां करते चलांगे। जो धन गुरु अर्जन देव पातशाह जी अज सानू उपदेश दे रहे, ਉਹਦੇ ਵਿੱਚ मालिक जी ने जिक्र किया, जो किछ करे सो आपे आपै। ਉਹ परमेश्वर जी जो करते ने वो आप करते ने। बुद्ध सियानप किशू ना जापै। इंसान की ना कोई बुद्धि है ना कोई सियानप है। अपने संतां नूं आप सहाई, वो अपने सेवकां दा सहायक भी आप बन जाता है, और जीवन दे विचों सारे भरम ते भुलेखे वो ला दिंदा है। चरण कमल जन का आधारो, आठ पहर राम नाम वपारो। सहज आनंद गावह गुण गोविंद, प्रभ नानक सर्ब समाहिया जियो। चरण कमल जन का आधारो, कहते जेड़ा उहदा सेवक बन जाता है ना, उहदे जीवन का आधार भी उहदे चरण कमल बन जाते हैं। मतलब अकाल पुरख परमेश्वर जी के सेवकों का आधार की है? उहदी याद, उहदा चिंतन ते उहदा आसरा। दिन रात उहदी याद विच जुड़े रहना, उहदी याद हिरदे विच वसी रहे, इहो उहदे सेवकों का आधार ते आसरा है। आठ पहर राम नाम व्यापारो, ते वो अठे पैर अकाल पुरख परमेश्वर जी के नाम का व्यापार करते। नाम का व्यापार करन तो भाव कि उन्होंने जपते ने, उन्होंने आराधते ने, ते अपनियां जिंदगियां दा लाहा खटते ने। जिन्हों गुरु बाबा जी ने जिक्र करदियां वणजारे रूप बना के सानू संबोधन किया कि मालिक पातशाह जिक्र करते, वणज करो वणजारियो वखरले हो संभाल। ऐसी वस्तु तैसी वस्तु विसाही है जैसी निभ है नाल। उदां दी वस्तु असीं विसाहीए, इकट्ठी करिए, जिहड़ी वस्तु साडे नाल निभ जाए। ते मालिक जी कहिंदे कि रब दे प्यारे जिहड़े ने वो फिर दिन रात अठे पहर अकाल पुरख परमेश्वर जी के नाम का व्यापार करते। जिन्हों भगत रविदास जी कहते, को वणजारो राम को मेरा टांडा लादिया जाए रे। कोई है रब दा प्यारा व्यापार करन वाला, जिहड़ा मेरे नाल आके अकाल पुरख परमेश्वर जी के नाम का व्यापार करे। फिर साहिब जी ने कहा, सहज आनंद गावें गुण गोबिंद। फिर वो बड़े धीरज दे नाल सहज सुभाਅ आनंद दे अंदर गोबिंद दे गुणां नूं गाउंदे ने, परमेश्वर दे गुणां नूं गाउंदे ने। प्रभ नानक सर्ब समाहिया जियो, ओ परमेश्वर जिहड़ा सारियां दे विच व्यापक है, सबनां विच वसिया होया है। ते ओहदे सेवक दिन रात उस अकाल पुरख परमेश्वर जी की आराधना नूं, ओहदे गुणां नूं गाउंदे ने। इस तरीके दे नाल धन गुरु अर्जन देव पातशाह जी अज सानू उपदेश दिंदियां, अकाल पुरख परमेश्वर जी की कृपा, रब जी की दया और परमेश्वर जी की याद विच जुड़न वास्ते सानू प्रेरणा दे रहे, प्रेरित कर रहे। क्योंकि रब जी दयालु हुंदे ने ते गुरु का मिलाप हुंदा है। गुरु मिलाप दे सदका फिर अकाल पुरख परमेश्वर जी का वसेबा हिरदे अंदर आ वसदा। गुरु उपदेश नूं कमाउंदियां होइयां जदों रब जी की याद, रब जी का चिंतन हिरदे विच वस जाता है, तो साहिब कहंदे फिर दुनिया का हर थां जिहड़ा औखा होवे या वो स्थान जिन्हों बिखड़ा थां कहा जाता है, जिन्हों साहिब जी ने जिक्र करदियां दसम द्वारा अगम अपारा दे रूप विच भी आखिया, परम पुरख की घाटी भी कहा, वो स्थान उत्ते जाना भी सौखा हो जाता है। फिर ना ही कोई दुश्मन ते दूत रह जाता है, विकारां वाले पासे तो भी छुटकारा हो जाता है। वो सारे सज्जण बन जाते ने और वो अकाल पुरख परमेश्वर नूं जिहड़ा अपने जीवन अंदर चाहे, उहदे जीवन विच रब ही सारी ताकत का पात्र है। सारी ताकत सारी समर्था उसे कोल है। वो जो चाहे उसे तरह करदा, उही खेड वो वरताउंदा है।
ਔਰ ਇਨਸਾਨ ਦੀ ਨਾ ਕੋਈ ਬੁੱਧੀ ਹੈ ਨਾ ਹੀ ਕੋਈ ਮੱਤ ਹੈ। ਇਨਸਾਨ ਦੀ ਮੱਤ ਦੇ ਨਾਲ ਪਰਮੇਸ਼ਵਰ ਨੂੰ ਕਦੇ ਵੀ ਜਾਣਿਆ ਨਹੀਂ ਜਾ ਸਕਦਾ। ਰੱਬ ਆਪਣੇ ਸੇਵਕਾਂ ਦਾ ਸਦਾ ਸਹਾਇਕ ਰਹਿੰਦਾ ਹੈ, ਆਪ ਕਿਰਪਾਲੂ ਰਹਿੰਦਾ ਹੈ, ਆਪਣੇ ਸੇਵਕਾਂ ਦੀ ਮਦਦ ਵੀ ਆਪ ਕਰਦਾ ਹੈ। ਤੇ ਜਿਹੜੇ ਉਹਦੇ ਸੇਵਕ ਨੇ ਉਹਨਾਂ ਕੋਲ ਸਿਵਾਏ ਭਰੋਸੇ ਤੋਂ, ਉਸ ਪਰਮੇਸ਼ਵਰ ਦੇ ਵਿਸ਼ਵਾਸ ਤੋਂ ਹੋਰ ਕੁਝ ਨਹੀਂ। ਉਹ ਪਰਮੇਸ਼ਵਰ ਦੇ ਆਧਾਰ ਉੱਤੇ, ਉਹਦੇ ਭਰੋਸੇ ਦੇ ਉੱਤੇ ਜਿਉਂਦੇ ਨੇ ਔਰ ਉਹ ਰੱਬ ਜੀ ਆਪ ਕਿਰਪਾ ਕਰਕੇ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਸਾਰੇ ਭਰਮ ਤੇ ਸਾਰੇ ਭੁਲਾਵੇ ਲਾ ਦਿੰਦੇ ਨੇ। ਫਿਰ ਉਹ ਅੱਠੇ ਪਹਿਰ ਪਰਮੇਸ਼ਵਰ ਨੂੰ ਯਾਦ ਕਰਦਿਆਂ, ਉਹਦੇ ਪ੍ਰੇਮ ਵਿੱਚ ਭਿੱਜੇ ਹੋਏ ਉਹਦੇ ਗੁਣਾਂ ਨੂੰ ਗਾਉਂਦਿਆਂ ਤੇ ਉਹਦੇ ਗੁਣਾਂ ਵਿੱਚ ਹੀ ਸਮਾ ਜਾਂਦੇ ਨੇ ਤੇ ਜ਼ਿੰਦਗੀ ਆਨੰਦ ਭਰਪੂਰ ਬਣ ਜਾਂਦੀ ਹੈ। ਸਹਿਜ ਨਾਲ ਜੀਵਨ ਭਰ ਜਾਂਦਾ ਹੈ, ਧੀਰਜ ਨਾਲ ਜੀਵਨ ਭਰ ਜਾਂਦਾ ਹੈ ਔਰ ਉਹ ਅਕਾਲ ਪੁਰਖ ਪਰਮੇਸ਼ਵਰ ਸਰਬ ਵਿਆਪਕ ਜਿਹੜਾ ਹੈ ਉਹ ਸਭ ਥਾਈਂ ਵਸਿਆ ਹੋਇਆ ਫਿਰ ਨਜ਼ਰੀ ਆਉਂਦਾ ਹੈ। ਤੇ ਉਹਨੂੰ ਸਾਰੀਆਂ ਥਾਵਾਂ ਦੇ ਉੱਤੇ ਵੇਖਦਿਆਂ ਉਹਦੇ ਸੇਵਕ ਜਿਹੜੇ ਨੇ ਉਹਦਾ ਆਨੰਦ ਮਾਣਦੇ ਨੇ ਔਰ ਉਹਨੂੰ ਸਾਰੀਆਂ ਥਾਵਾਂ ਦੇ ਉੱਤੇ ਵੇਖਦਿਆਂ ਹੋਇਆਂ ਉਹਦੇ ਨਾਲ ਆਪਣਾ ਪ੍ਰੇਮ, ਉਹਦੇ ਨਾਲ ਆਪਣਾ ਅਨੁਰਾਗ ਜਿਹੜਾ ਉਹ ਬਣਾਉਂਦੇ ਤੇ ਉਸੇ ਦੇ ਵਿੱਚ ਲੀਨਤਾ ਹਾਸਲ ਕਰ ਲੈਂਦੇ ਨੇ। ਸਤਿਗੁਰੂ ਪਾਤਸ਼ਾਹ ਕਿਤੇ ਰਹਿਮਤ ਕਰਨ, ਸਾਡੇ ਸਭਨਾਂ ਦੇ ਸਿਰਾਂ ਉੱਤੇ ਮਾਲਕ ਜੀ ਆਪ ਆਪਣਾ ਬਖਸ਼ਿਸ਼ ਭਰਿਆ, ਮਿਹਰ ਭਰਿਆ ਹੱਥ ਰੱਖਣ। ਕਿਤੇ ਅਸੀਂ ਵੀ ਸਾਹਿਬ ਦੇ ਪ੍ਰੇਮ ਵਿੱਚ ਆਪਣੇ ਹਿਰਦਿਆਂ ਨੂੰ ਰੰਗ ਲਈਏ ਤੇ ਉਸ ਮਾਲਕ ਦੇ ਪ੍ਰੇਮ ਵਿੱਚ ਰੰਗੇ ਹਿਰਦੇ ਨਿਤਾ ਪ੍ਰਤੀ ਉਸ ਪ੍ਰਭੂ ਦੇ ਗੁਣਾਂ ਨੂੰ ਅਸੀਂ ਗਾਉਂਦੇ ਰਹੀਏ, ਤਾਂ ਜੋ ਆਪਣੇ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਈਏ। ਤੇ ਮਾਲਕ ਅੱਗੇ ਅਰਦਾਸ ਤੇ ਅਰਜ਼ੋਈ ਕਰਦੇ ਰਿਹਾ ਕਰੋ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਰਸ ਪਿਆ ਮਿਹਰਾਮਤ ਹੋਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀ ਇਹ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਚਰਨ ਕਮਲ ਜਨ ਕਾ ਆਧਾਰੋ, ਆਠ ਪਹਿਰ ਰਾਮ ਨਾਮ ਵਪਾਰੋ, ਸਹਿਜ ਆਨੰਦ ਗਾਵਹਿ ਗੁਣ ਗੋਬਿੰਦ, ਪ੍ਰਭ ਨਾਨਕ ਸਰਬ ਸਮਾਹਿਆ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।